ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰ ਉਤਾਰਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ ਰਹਾਉ, ਮੁਕਤ ਭੁਗਤ ਜੁਗਤ ਸੱਚ ਪਾਈਐ। ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕਉ ਭਗਤ ਦਾਨ ਦੇਵੈ। ਪੂਰਨ ਪੁਰਖ ਵਿਦਾਤਾ, ਸ਼੍ਰਵਣੀ ਸੁਣੀਐ ਰਸਨਾ ਗਾਈਐ। ਹਿਰਦੈ ਧਿਆਈਐ ਸੋਈ, ਕਰਨ ਕਾਰਨ ਸਮਰੱਥ ਸੁਆਮੀ। ਜਾਤੇ ਬ੍ਰਿਥਾ ਨਾ ਕੋਈ, ਵੱਡਾ ਭਾਗ ਰਤਨ ਜਨਮ ਪਾਇਆ। ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ। ਸਿਮਰੈ ਸਦਾ ਗੋਪਾਲਾ, ਵੱਡਾ ਭਾਗ ਰਤਨ ਜਨਮ ਪਾਇਆ। ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ। ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਵਾਲੀਏ ਕੁਲ ਆਲਮ, ਨੂਰੇ ਕਾਇਨਾਤ। ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ
ਅਤੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਕੇ ਸਤ ਸੰਗਤ ਰੂਪੀ ਗੁਰੂ ਗੋਦ ਦੇ ਲਾਹੇ ਪ੍ਰਾਪਤ ਕਰਦਿਆਂ ਵਡਭਾਗੀ ਬਣ ਰਹੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਸਭ ਤੇ ਉਤਮ ਹਰਿ ਕੀ ਕਥਾ ਦੁਆਰਾ ਗੁਰ ਚਰਨਾਂ ਵਿਖੇ ਹੋਰ ਹਾਜ਼ਰੀਆਂ ਭਰ ਕੇ ਹੋਰ ਲਾਹੇ ਪ੍ਰਾਪਤ ਕਰਨੇ ਦਾ ਯਤਨ ਕਰੀਏ। ਜੋ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਤਿਸ ਦੀ ਕਥਾ ਵਿਚਾਰ ਸਰਵਣ ਕਰੀਏ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰੀਏ, ਪਿਆਰ ਦੇ ਨਾਲ ਉਚਾਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰੂ ਗਰੀਬ ਨਿਵਾਜ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਸ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਦੁਨੀਆ ਦੇ ਅੰਦਰ ਜਨਮ ਲੈ ਕਰਕੇ ਆਏ ਆ, ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਸੀਜੈ, ਕਾਲ ਹੇਰੀ ਫਿਰੈ ਬਦਕ ਜਿਉ ਕਹੋ ਹੋ ਕਵਨ ਬਿਦ ਕੀਜੈ। ਮਹਾਰਾਜ ਦਿਨ ਦਿਨ ਕਰਕੇ ਘੜੀਆਂ ਕਰਕੇ ਪਹਿਰ ਕਰਕੇ ਇਹ ਜਿਹੜੀ ਜ਼ਿੰਦਗੀ ਇਹ ਬਤੀਤ ਹੁੰਦੀ ਜਾਂਦੀ ਏ, ਪਰ ਸੱਚੇ ਪਾਤਸ਼ਾਹ ਜੀ ਸਾਨੂੰ ਜੀਵਨ ਮਨੋਰਥ ਸਮਝ ਨਹੀਂ ਆਇਆ। ਕਿਰਪਾਲਤਾ ਕਰਕੇ ਸਾਨੂੰ ਸਮਝਾਓ, ਸਾਨੂੰ ਮਨੁੱਖਾ ਜਨਮ ਮਿਲਿਆ ਕਿਉਂ ਹੈ, ਇਸ ਦੀ ਸਫਲਤਾ ਕਿਵੇਂ ਹੈ, ਜੀਵਨ ਦਾ ਮਨੋਰਥ ਸਿੱਧ ਕਿਵੇਂ ਹੋਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਿਆਸੂ ਜਨਾਂ ਦੀ ਬੇਨਤੀ ਨੂੰ ਸਰਵਣ ਕਰਕੇ ਅੰਮ੍ਰਿਤਮਈ ਉਪਦੇਸ਼ ਸੋਰਠ ਰਾਗ ਦੇ ਰਾਹੀਂ ਫਰਮਾਨ ਕਰਦੇ ਹਨ ਜੀ। ਖੋਜਤ ਖੋਜਤ ਖੋਜ ਵਿਚਾਰਿਓ। ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਗੁਰਸਿੱਖੋ, ਮਨ ਕਰਕੇ ਖੋਜਿਆ ਹੈ, ਤਨ ਕਰਕੇ ਖੋਜਿਆ ਹੈ, ਬਾਣੀ ਕਰਕੇ ਖੋਜਿਆ ਹੈ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੋਜ ਕੀਤੀ ਹੈ ਨਾ, ਉਹਨਾਂ ਖੋਜੀਆਂ ਦੁਆਰਾ ਖੋਜ ਕਰਕੇ ਦੇਖਿਆ ਹੈ, ਵੇਦਾਂ ਦੁਆਰਾ ਵਿਚਾਰ ਕੇ ਦੇਖਿਆ ਹੈ, ਸ਼ਾਸਤਰਾਂ ਦੁਆਰਾ ਵਿਚਾਰ ਕੇ ਦੇਖਿਆ ਹੈ, ਸਿਮਰਤੀਆਂ ਦੁਆਰਾ ਵੀ ਵਿਚਾਰ ਕਰਕੇ ਖੋਜ ਕਰਕੇ ਦੇਖਿਆ ਹੈ। ਰਾਮ ਨਾਮ ਤਤ ਸਾਰਾ। ਸਾਰਿਆਂ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਵਿੱਚੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਹੀ ਸਰਬ ਸ੍ਰੇਸ਼ਟ ਹੈ। ਵੇਦਾਂ ਮਹਿ ਨਾਮ ਉੱਤਮ। ਸਾਰਿਆਂ ਧਰਮ ਸ਼ਾਸਤਰਾਂ ਗ੍ਰੰਥਾਂ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਹੀ ਉੱਤਮ ਕਥਨ ਕੀਤਾ ਹੈ। ਇਸ ਕਰਕੇ ਅਸਾਂ ਨੇ ਜਾਣਿਆ ਹੈ ਗੁਰਮਤ ਦੁਆਰਾ ਵੀ, ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਸਿੱਖਿਆਵਾਂ ਦੁਆਰਾ ਜਾਣਿਆ ਹੈ ਜੋ ਰਾਮ ਰਮਈਆ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਐਸਾ ਜੋ ਰਮੰਤਾ ਰਮਈਆ ਕਹੀਏ ਪਰਮੇਸ਼ਰ ਰਾਮ ਸਰਬ ਵਿਆਪੀ ਹੈ, ਤਿਸ ਦਾ ਨਾਮ ਹੀ ਸਾਰਿਆਂ ਦੇ ਵਿੱਚੋਂ ਸਰਬ ਸ੍ਰੇਸ਼ਟ ਹੈ ਤੇ ਮਨੁੱਖ ਦੇ ਜੀਵਨ ਨੂੰ ਸ੍ਰੇਸ਼ਟਤਾ ਹੀ ਪ੍ਰਦਾਨ ਕਰਨ ਵਾਲਾ ਹੈ। ਕਿਲ ਬਿਖ ਕਾਟੇ ਨਿਮਖ ਆਰਾਧਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਨਾਮ ਨੂੰ ਆਪ ਜੀ ਨੇ ਸਾਰਿਆਂ ਦੇ ਨਾਲੋਂ ਤਤ ਸਿਧਾਂਤ ਰੂਪ ਸਰਬ ਸ੍ਰੇਸ਼ਟ ਦੱਸਿਆ ਹੈ, ਹਜ਼ੂਰ ਤਿਸ ਨਾਮ ਨੂੰ ਜਪਣੇ ਦਾ ਫਲ ਕੀ ਹੈ? ਤਾਂ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਕਿਲ ਵਿਖ ਕਾਟੇ। ਕਿਲ ਵਿਖ ਨਾਮ ਪਾਪਾਂ ਦਾ ਹੈ, ਉਹਨਾਂ ਦੇ ਸਮੂਹ ਪਾਪ ਕੱਟੇ ਗਏ। ਬ੍ਰਾਹਮਣ, ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਧਾਨ, ਇਹ 4 ਪ੍ਰਕਾਰ ਦੇ ਬੱਜਰ ਪਾਪ ਵੀ ਉਹਨਾਂ ਦੇ ਕੱਟੇ ਗਏ
ਜਿਨ੍ਹਾਂ ਨੇ ਨਿਮਖ ਅਰਾਧਿਆ। ਨਿਮਖ ਮਾਤਰ ਅੱਖ ਝਮਕਣ ਦੇ ਨਾਮ ਦਾ ਸਮਾਂ ਹੈ। ਅੱਖ ਝਮਕਣ ਦਾ ਸਮਾਂ ਵੀ ਜਿਨ੍ਹਾਂ ਨੇ ਹਿਰਦੇ ਦੇ ਪਿਆਰ ਕਰਕੇ ਵਾਹਿਗੁਰੂ ਜੀ ਦੇ ਨਾਮ ਦੀ ਆਰਾਧਨਾ ਕੀਤੀ ਹੈ, ਉਹਨਾਂ ਦੇ ਸਮੂਹ ਪਾਪ ਤੇ ਬੱਜਰ ਪਾਪ ਵੀ ਕੱਟੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਬਚਨ ਹਨ ਨਾ ਜੀ, ਏਕ ਚਿਤ ਜਿਹ ਏਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਇਹ ਅੰਮ੍ਰਿਤ ਨਾਮ ਨੂੰ ਜਪਣੇ ਦਾ ਫਲ ਹੈ। ਏਕ ਬਾਰ ਜਿਨ ਤੋਂ ਮੈਂ ਸੰਭਾਰਾ, ਕਾਲ ਫਾਸ ਤੇ ਤਾਹਿ ਉਬਾਰਾ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣੇ ਦਾ ਫਲ ਹੈ। ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੋਲਾਰੇ। ਮੇਰਾ ਠਾਕੁਰ ਕੈ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਿਦਾਰੇ। ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਭਾਵੇਂ ਪਾਪਣ ਸੀ ਪਰ ਨਾਮ ਨੂੰ ਜਪਣੇ ਕਰਕੇ ਐਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ। ਗਈ ਬੈਕੁੰਠ ਬਿਬਾਨ ਚੜ, ਨਰਕਾ ਵਿੱਚ ਨਾ ਖਾਧੋ ਸੁਗੋਤਾ। ਐਸਾ ਨਾਮ ਹੈ ਜਿਸ ਨੇ ਨਿਮਖ ਮਾਤਰ ਵੀ ਹਿਰਦੇ ਦੇ ਪਿਆਰ ਕਰਕੇ ਜਪ ਲਿਆ। ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਤਿਸ ਦਾ ਪਾਰ ਉਤਾਰਾ ਹੋ ਗਿਆ ਹੈ। ਗੁਰਮੁਖ ਪਾਰੇ ਉਤਾਰਾ। ਮਹਾਰਾਜ ਸਾਰੇ ਸੰਸਾਰ ਨੂੰ ਹੀ ਨਾਮ ਜਪਦਿਆਂ ਦੇਖਿਆ ਜਾਂਦਾ ਹੈ। ਮਹਾਰਾਜ ਕੀ ਸਾਰੇ ਹੀ ਤਰਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਜਿਹੜੇ ਪਖੰਡ ਪੂਰਵਕ ਦਿਖਾਵੇ ਮਾਤਰ ਜਪਦੇ ਨੇ ਉਹ ਪੂਰਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਹਜ਼ੂਰ ਫਿਰ ਪੂਰਾ ਲਾਭ ਕੌਣ ਲੈਂਦੇ ਨੇ? ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰਮੁਖ ਪਾਰ ਉਤਾਰਾ। ਜਿਹੜੇ ਗੁਰਮੁਖ ਪੂਰੇ ਸਤਿਗੁਰੂ ਜੀ ਦੀ, ਮੁਖੀ ਸਤਿਗੁਰੂ ਜੀ ਦੀ, ਪ੍ਰਧਾਨ ਸਤਿਗੁਰੂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਪੈ ਕਰਕੇ ਜਪਦੇ ਨੇ ਨਾ, ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਪਾਰ ਉਤਾਰਾ, ਸੰਸਾਰ ਸਾਗਰ ਤੋਂ ਤਿੰਨਾਂ ਦਾ ਪਾਰ ਉਤਾਰਾ ਕਰ ਦਿੰਦੇ ਨੇ। ਜੋ ਮਨਮੁਖਤਾਈਆਂ ਦਾ ਤਿਆਗ ਕਰਕੇ, ਵਿਖਾਵੇ ਮਾਤਰ ਦਾ ਤਿਆਗ ਕਰਕੇ, ਦੰਭਾ ਪਖੰਡਾਂ ਦਾ ਤਿਆਗ ਕਰਕੇ, ਗੁਰਮੁਖ ਜਨ ਹੋ ਕਰਕੇ ਹਰੀ ਵਾਹਿਗੁਰੂ ਜੀ ਦੇ ਨਾਮ ਨੂੰ ਗੁਰੂ ਦੁਆਰਾ ਜਪਦੇ ਨੇ, ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਤਿੰਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਸਾਧ ਸੰਗਤ ਜੀ, ਨਾਮ ਨੂੰ ਜਪਣੇ ਦਾ ਵੱਡਾ ਭਾਰੀ ਮਹਾਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਨਾਮ ਦੀ ਮਹਿਮਾ। ਭਾਈ ਸਾਹਿਬ ਜੀ ਕਥਾ ਵਿਖਿਆਨ ਕਰ ਰਹੇ ਨੇ ਤੇ ਗੁਰਮੁਖ ਜਗਿਆਸੂਆਂ ਨੇ ਪੁੱਛਿਆ, ਭਾਈ ਸਾਹਿਬ ਜੀ ਕਿਰਪਾਲਤਾ ਕਰਕੇ ਦੱਸੋ ਜੀ, ਨਾਮ ਨੂੰ ਜਪਣੇ ਦਾ ਕਿਤਨਾ ਕੋ ਫਲ ਹੈ? ਤੇ ਆਪ ਜੀ ਕਥਨ ਕਰਦੇ ਨੇ, ਜੈਸੇ 860 ਤੀਰਥ ਪਰਸ ਕੀਓ, ਜੁਗ 4 ਚਰਿਓ ਕੈਲਾਸ਼ ਰਹਿਓ। ਜਿਵੇਂ ਕੋਈ 8 ਤੇ 60 68 ਤੀਰਥਾਂ ਦਾ ਜਾ ਕਰਕੇ ਇਸ਼ਨਾਨ ਕਰੇ, ਸਤਜੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਚਾਰੇ ਹੀ ਯੁਗ ਕੈਲਾਸ਼ ਪਰਬਤ ਤੇ, ਬਰਫ਼ ਦੇ ਪਰਬਤ ਦੇ ਉੱਪਰ, ਪਹਾੜ ਦੇ ਉੱਪਰ ਬੈਠ ਕਰਕੇ ਤਪ ਕਰੇ। ਜੁਗ 4 ਚਰਿਓ ਕੈਲਾਸ਼ ਰਹਿਓ। ਜੈਸੇ लाख बार कुरुक्षेत्र में असमेध जग भंग ठयो। ਜਿਵੇਂ ਕੋਈ ਕੁਰੂਕਸ਼ੇਤਰ ਦੇ ਸਥਾਨ ਤੇ ਜਾ ਕਰਕੇ ਲੱਖਾਂ ਹੀ ਅਸਮੇਧ ਜਗ ਕਰੇ ਤੇ ਜਿੰਨਾ ਮਹਾਤਮ ਤਿਸ ਨੂੰ ਮਿਲਦਾ ਹੈ। ਜੈਸੇ ਕੋਟ ਬਰਸ ਤਪ ਉਰਦ ਮੁਖੀ, ਬੈ ਸੰਤਰ ਮੈਂ ਤਨ ਦਾਹ ਦਇਓ। ਜਿਵੇਂ ਕੋਈ ਕਰੋੜਾਂ ਸਾਲ ਪੁੱਠਾ ਲਮਕ ਕੇ ਤਪ ਕਰਦਾ ਰਵੇ, ਅੰਤ ਕਾਲ ਆਪਣੇ ਸਰੀਰ ਨੂੰ ਪੂਰਾ ਪੂਰਾ ਰੰਚਕ ਕੱਟ ਕੇ ਅਗਨੀ ਵਿੱਚ ਪਾ ਕੇ ਹਵਨ ਕਰਕੇ ਸਾੜ ਦੇਵੇ। ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨ ਇੱਕ ਬਾਰ ਸ੍ਰੀ ਵਾਹਿਗੁਰੂ ਕਹਿਓ। ਇਹਨਾਂ ਸਾਰੇ ਸਾਧਨਾ ਜਿੰਨਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਇੱਕ ਵਾਰ ਵੀ ਪਿਆਰ ਦੇ ਨਾਲ ਆਪਣੇ ਮੁਖ ਦੇ ਵਿੱਚੋਂ ਬੋਲਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਕੋਈ ਤਰਕ ਕਰਨ ਵਾਲਾ ਇਨਸਾਨ ਸੀ, ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ, ਭਾਈ ਸਾਹਿਬ ਜੀ ਹੱਦ ਕਰਦੇ ਹੋ। 68 ਤੀਰਥਾਂ ਦਾ ਇਸ਼ਨਾਨ ਕਰਨਾ ਕੋਈ ਛੋਟੀ ਗੱਲ ਨਹੀਂ। ਵੇਦਾਂਤੀ ਕਥਨ ਕਰਦੇ ਨੇ ਕਲਯੁਗ ਦੀ ਉਮਰ 4,32,000 ਵਰੇ ਹੈ। ਇਹ ਵੇਦਾਂਤੀਆਂ ਦਾ ਕਥਨ ਹੈ। ਦੁਆਪਰ ਯੁਗ ਦੀ ਉਮਰ 8,64,000 ਵਰੇ ਸੀ। ਤ੍ਰੇਤੇ ਦੀ 12,96,000 ਵਰੇ ਸੀ। ਸਤਜੁਗ ਦੀ ਉਮਰ 17,28,000 ਵਧੇ ਵੇਦਾਂਤੀਆਂ ਨੇ ਕਥਨ ਕੀਤੀ ਹੈ।
ਚਾਰੇ ਯੁਗਾਂ ਦੀ ਉਮਰ ਆ, ਉਹਨਾਂ ਦਾ ਸਮਾਂ ਜੋੜ ਲਈਏ 43,20,000 ਸਾਲ ਬਣਦੀ ਹੈ। ਕੋਈ 43,20,000 ਸਾਲ ਬਰਫ਼ ਦੇ ਪਹਾੜ ਤੇ ਬੈਠ ਕੇ ਤਪੱਸਿਆ ਕਰੇ। ਮੰਨਿਆ ਜਾਂਦਾ ਕੁਰੂਕਸ਼ੇਤਰ ਦੇ ਸਥਾਨ ਤੇ 101 ਜੱਗ ਕਰ ਲਈਏ ਅਸ਼ਵਮੇਧ ਤੇ ਸਵਰਗ ਦਾ ਰਾਜ ਮਿਲ ਜਾਂਦਾ ਹੈ। ਤੇ ਤੁਸੀਂ ਬਚਨ ਕੀਤਾ ਲੱਖਾਂ ਹੀ ਜੱਗ ਕੁਰੂਕਸ਼ੇਤਰ ਦੇ ਸਥਾਨ ਤੇ ਜਾ ਕੇ ਕਰੇ, ਕਰੋੜਾਂ ਸਾਲ ਪੁੱਠਾ ਲਮਕ ਕੇ ਤਪ ਕਰੇ ਤੇ ਸਰੀਰ ਨੂੰ ਰੰਚਕ ਕੱਟ ਕੇ ਅੱਗ 'ਚ ਹਵਨ ਕਰ ਦੇਵੇ ਕਿ ਉਹਦੀ ਜਗ੍ਹਾ ਤੇ ਸਰੀਰ ਸਾੜ ਦੇਵੇ, ਤੇ ਜਿਤਨਾ ਮਹਾਤਮ ਮਿਲਦਾ ਇੰਨਾ ਫਲ ਮਿਲਦਾ ਵਾਹਿਗੁਰੂ ਕਹਿਣ ਦਾ। ਭਾਈ ਸਾਹਿਬ ਜੀ, ਇਹ ਸਾਧਨ ਤੇ ਸਾਧਨਾ ਦਾ ਸਮਾਂ ਬਹੁਤ ਵੱਡਾ ਹੈ, ਪਰ ਵਾਹਿਗੁਰੂ ਗੁਰ ਮੰਤਰ ਤੇ 4 ਅੱਖਰਾਂ ਦਾ ਮੰਤਰ ਹੈ। ਵਾਹਿਗੁਰੂ 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 ਬੋਲਣ ਲੱਗੀਏ, ਇੱਕ ਸਾਹ ਦੇ ਵਿੱਚ ਕਿੰਨੀ ਵਾਰ ਬੋਲ ਲਈਦਾ। ਇੰਨੇ ਛੋਟੇ ਜਿਹੇ ਗੁਰ ਮੰਤਰ ਦਾ ਮਹਾਤਮ, ਨਾਮ ਦਾ ਮਹਾਤਮ, ਇਤਨੇ ਸਾਧਨਾ, ਵੱਡਿਆਂ ਸਾਧਨਾ ਦੇ ਜਿੰਨਾ ਉਹਨਾਂ ਦੇ ਬਰਾਬਰ ਕਿਵੇਂ ਹੋ ਸਕਦਾ ਹੈ। ਭਾਈ ਸਾਹਿਬ ਜੀ ਬਚਨ ਕਰਨ ਲੱਗੇ, ਕਹਿਣ ਲੱਗੇ ਪਿਆਰਿਓ, ਇਹ ਜਿਤਨਾ ਕਿ ਮਹਾਤਮ ਦੱਸਿਆ ਇਹ ਅਜੇ ਥੋੜਾ ਦੱਸਿਆ। ਤੇ ਤਰਕਵਾਦੀ ਕਹਿਣ ਲੱਗਾ ਜੀ ਮੇਰੀ ਸਮਝ ਵਿੱਚ ਨਹੀਂ ਆਇਆ, ਛੋਟੇ ਜਿਹੇ ਗੁਰਮੰਤਰ ਦਾ ਮਹਾਤਮ ਇੰਨਾ ਵੱਡਾ ਕਿਵੇਂ ਹੋ ਸਕਦਾ ਜੀ, ਜੁਗਤ ਨਾਲ ਸਮਝਾਓ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਸਵਈਆ ਉਚਾਰਿਆ, ਬਚਨ ਕੀਤਾ ਕਬਿਤ ਉਚਾਰਨ ਕਰਕੇ, ਕਹਿਣ ਲੱਗੇ ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਹੱਥ ਦੇ ਉੱਪਰ ਹੀਰਾ ਰੱਖਿਆ ਹੋਵੇ ਤੇ ਬੜਾ ਛੋਟਾ ਜਿਹਾ ਨਜ਼ਰ ਆਉਂਦਾ ਹੈ। ਦੁਨੀਆ ਦੇ ਅੰਦਰ ਕੁਝ ਵਸਤੂਆਂ ਟਨਾਂ ਦੇ ਨਾਲ, ਕੁਇੰਟਲਾਂ ਦੇ ਨਾਲ ਤੇ ਕਿਲੋਗ੍ਰਾਮਾਂ ਦੇ ਨਾਲ ਵਿਕਦੀਆਂ ਨੇ, ਪਰ ਹੀਰਾ ਟਨਾਂ, ਕੁਇੰਟਲਾਂ, ਕਿਲੋਗ੍ਰਾਮਾਂ ਦੇ ਨਾਲ ਨਹੀਂ, ਇਹ ਰੱਤੀਆਂ, ਮਾਸਿਆਂ ਤੇ ਮਿਲੀਗ੍ਰਾਮਾਂ ਦੇ ਨਾਲ ਤੋਲ ਕੇ ਵੇਚਿਆ ਜਾਂਦਾ ਹੈ। ਤਲੀ ਤੇ ਰੱਖਿਆ ਬੜਾ ਛੋਟਾ ਜਿਹਾ ਨਜ਼ਰ ਆਉਂਦਾ ਹੈ, ਪਰ ਜਦੋਂ ਜਾ ਕਰਕੇ ਤੇ ਇਸ ਨੂੰ ਵੇਚਿਆ ਜਾਵੇ ਤੇ ਦਮੜਿਆਂ ਦੇ ਨਾਲ, ਰੁਪਈਆਂ ਦੇ ਨਾਲ ਭੰਡਾਰੇ ਹੀ ਭਰ ਜਾਂਦੇ ਨੇ। ਜੈਸੇ ਬਾਰ ਬਾਂਧੇ ਹੁੰਦੀ ਲਾਗਤ ਨਾ ਭਾਰ ਕਸ਼ੂ। ਪੁਰਾਤਨ ਸਮਿਆਂ ਦੇ ਅੰਦਰ ਸ਼ਾਹੂਕਾਰ ਦੇ ਕੋਲ ਆਪਣਾ ਧਨ ਅਮਾਨਤ ਵਜੋਂ ਰੱਖ ਲੈਣਾ ਤੇ ਸ਼ਾਹੂਕਾਰ ਇੱਕ ਕਾਗਜ਼ ਤੇ ਲਿਖ ਦਿੰਦਾ ਸੀ ਕਿ ਇਤਨਾ ਧਨ ਇਸਨੇ ਮੈਨੂੰ ਜਮ੍ਹਾਂ ਕਰਾਇਆ। ਜਿਸ ਸ਼ਹਿਰ ਦੇ ਵਿੱਚ ਉਸ ਲਿਖਾਉਣ ਵਾਲੇ ਨੇ ਜਾਣਾ ਹੁੰਦਾ ਸੀ, ਸ਼ਾਹੂਕਾਰ ਦੇ ਪਾਸ ਵਸਤੂ ਰੱਖ ਕੇ ਉਸ ਸ਼ਹਿਰ ਵਿੱਚ ਜਾ ਕੇ, ਉਸ ਦੀ ਬ੍ਰਾਂਚ ਦੇ ਵਿੱਚ ਜਾ ਕਰਕੇ ਉਸ ਕਾਗਜ਼ ਨੂੰ ਦੇ ਦਿੰਦਾ ਸੀ, ਜਿਸ ਨੂੰ ਟੋਮੂ ਆਖਿਆ ਜਾਂਦਾ ਸੀ, ਤੇ ਆਪਣਾ ਧਨ ਪ੍ਰਾਪਤ ਕਰ ਲੈਂਦਾ ਸੀ। ਅੱਜ ਦੇ ਸਮੇਂ ਅਨੁਸਾਰ ਚੈੱਕ ਕਹਿ ਲਈਏ, ਬੈਂਕ ਦੇ ਵਿੱਚ ਧਨ ਜਮ੍ਹਾਂ ਕੀਤਾ ਹੋਵੇ, ਚੈੱਕ ਜੇਬ ਵਿੱਚ ਪਾ ਕੇ, ਹੱਥ ਵਿੱਚ ਪੱਲੇ ਵਿੱਚ ਬੰਨ ਕੇ ਫੜ ਕੇ ਲੈ ਜਾਈਏ ਤੇ ਕੋਈ ਭਾਰ ਨਹੀਂ ਲੱਗਦਾ, ਪਰ ਜਦੋਂ ਤੇ ਇਸ ਨੂੰ ਕੈਸ਼ ਕਰਾਇਆ ਜਾਵੇ ਤੇ ਰੁਪਈਆਂ ਦੇ ਨਾਲ ਜੇਬਾਂ ਭਰ ਜਾਂਦੀਆਂ ਨੇ। ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ, ਬੜਾ ਧਨ ਪ੍ਰਾਪਤ ਕਰ ਲਈਦਾ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜੈਸੇ ਬਾਟ ਬੀਜ ਆਤ ਸੂਖਮ ਸਰੂਪ ਹੋਤ, ਬੋਏ ਸਭ ਬਿਦ ਕਰੈ ਬਿਰਖਾ ਵਿਸਥਾਰ ਜੀ। ਬੋੜ ਦੇ ਦਰਖਤ ਦਾ ਬੀਜ ਬੜਾ ਛੋਟਾ ਜਿਹਾ ਹੁੰਦਾ ਹੈ, ਪਰ ਜਦੋਂ ਉਸ ਦੇ ਵਿੱਚੋਂ ਪੌਦਾ ਨਿਕਲਦਾ ਨਾ, ਸੈਂਕੜੇ ਫੁੱਟ ਉੱਚਾ, ਚੌੜਾ, ਟਾਹਣੀਆਂ ਤੇ ਜੜਾਂ ਵਾਲਾ ਵਿਸਥਾਰ ਉਸ ਪੌਦੇ ਦਾ ਹੋ ਜਾਂਦਾ ਹੈ। 3 ਉਦਾਹਰਨਾਂ ਦਿੰਦੇ ਨੇ, ਹੀਰਾ ਬੜਾ ਛੋਟਾ ਜਿਹਾ ਪਰ ਦਮੜੇ ਬੜੇ ਮਿਲ ਜਾਂਦੇ ਨੇ, ਚੈੱਕ ਦਾ ਭਾਰ ਕੁਛ ਨਹੀਂ ਲੱਗਦਾ ਪਰ ਪੈਸੇ ਬੜੇ ਪ੍ਰਾਪਤ ਹੋ ਜਾਂਦੇ ਨੇ। ਬੋੜ ਦਾ ਬੀਜ ਬੜਾ ਛੋਟਾ ਜਿਹਾ ਪਰ ਦਰਖਤ ਬੜਾ ਵੱਡਾ ਨਿਕਲਦਾ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜੈਸੇ ਬਾਟ ਬੀਜ ਆਤ ਸੂਖਮ ਸਰੂਪ ਹੋਤ, ਬੋਏ ਸਭ ਬਿਦ ਕਰੈ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮਹਿ, ਜਾਨੀਆ ਮਹਾਤਮ ਗਏ ਹੀ ਹਰ ਦੁਆਰ ਜੀ। ਇਵੇਂ ਭਾਈ ਜੋ ਗੁਰੂ ਕੇ ਬਚਨਾਂ ਦੇ ਨਾਲ ਸੱਚੇ ਨਾਮ ਦਾ ਜਪਣਾ ਨਾ, ਸੱਚਿਆਂ ਗੁਰਸਿੱਖਾਂ ਦੇ ਅੰਦਰ ਤਿਸ ਦਾ ਮਹਾਤਮ ਕਿਹਾ ਜਾਂਦਾ ਹੈ ਕਿ ਨਾਮ ਦੀ ਪੂਰੀ ਸਮਗਰ ਵਡਿਆਈ ਕਥਨ ਹੀ ਨਹੀਂ ਕੀਤੀ ਜਾ ਸਕਦੀ। ਨਾਮ ਜਪੇ ਦਾ ਫਲ ਤਾਂ ਵਾਹਿਗੁਰੂ ਜੀ ਦੇ ਦਰ ਤੇ ਜਾ ਕਰਕੇ ਸੱਚਖੰਡ ਗਿਆ ਹੀ ਪਤਾ ਲੱਗਦਾ ਹੈ ਕਿ ਵਾਹਿਗੁਰੂ ਜੀ ਨੇ ਭੇਦਤਾ ਬਖਸ਼ਿਸ਼ ਕਰ ਦਿੱਤੀ ਜਿਹੜੀ ਬੜੀ ਅਮੋਲਕ ਹੈ। ਨਾਮ ਦਾ ਮੁੱਲ, ਨਾਮ ਦੀ ਕੀਮਤ, ਨਾਮ ਦਾ ਪੂਰਾ ਮਹਾਤਮ, ਪੂਰਾ ਫਲ ਕਥਨ ਨਹੀਂ ਹੋ ਸਕਦਾ। ਉਸ ਸ਼ੰਕਾ ਕਰਨ ਵਾਲੇ ਨੇ ਫਿਰ ਸ਼ੰਕਾ ਕਰ ਦਿੱਤਾ, ਭਾਈ ਸਾਹਿਬ ਨਾਲੇ ਤੇ ਇੰਨੀ ਵਡਿਆਈ ਕਹੀ ਜਾਂਦੇ ਹੋ ਤੇ ਨਾਲੇ ਕਹਿੰਦੇ ਹੋ ਪੂਰੀ ਵਡਿਆਈ ਕਹੀ ਨਹੀਂ ਜਾਂਦੀ। ਤੇ ਆਪ ਜੀ ਬਚਨ ਕਰਦੇ ਨੇ, ਜਿਤਨੀ ਵਡਿਆਈ ਕਹੀ ਹੈ ਬੜੀ ਤੁਸ਼ ਮਾਤਰ ਕਹੀ ਹੈ, ਬੜੀ ਥੋੜੀ ਜੀ ਕਹੀ ਹੈ। ਸੁਣਨ ਵਾਲੇ ਹੈਰਾਨ ਹੋ ਗਏ, ਭਾਈ ਸਾਹਿਬ ਇੰਨੀ ਮਹਿਮਾ ਤੇ ਕਹਿ ਦਿੱਤੀ ਹੈ, ਜੇ ਹੋਰ ਵੀ ਬਾਕੀ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਚੀਟੀ ਕੇ ਉਦਰ ਬਿਖੈ ਹਸਤੀ ਸਮਾਏ ਕੈਸੇ, ਅਤੁੱਲ ਪਹਾੜ ਭਾਰ ਭ੍ਰਿੰਗੀ ਨਾ ਉਠਾਵਈ। ਭਾਈ ਵੱਡਾ ਸਾਰਾ ਹਾਥੀ ਕੀੜੀ ਦੇ ਪੇਟ ਵਿੱਚ ਨਹੀਂ ਸਮਾ ਸਕਦਾ,
ਤੇ ਭਰਿੰਗੀ ਕੀੜਾ ਥੋੜੀ ਥੋੜੀ ਮਿੱਟੀ ਚੁੱਕ ਕੇ ਲਿਆਉਂਦਾ, ਆਪਣਾ ਘਰ ਬਣਾ ਲੈਂਦਾ ਹੈ। ਜੇ ਕੀੜੀ ਮਾਣ ਕਰੇ ਮੈਂ ਹਾਥੀ ਖਾ ਲੈਣਾ ਤੇ ਨਹੀਂ ਖਾ ਸਕਦੀ। ਜੇ ਭਰਿੰਗੀ ਕੀੜਾ ਆਖੇ ਮੈਂ ਮਿੱਟੀ ਨੂੰ ਚੁੱਕ ਕੇ ਲੈ ਆਉਣਾ, ਮੈਂ ਸੁਮੇਰ ਪਰਬਤ ਚੁੱਕ ਲਵਾਂਗਾ ਤੇ ਨਹੀਂ ਚੁੱਕ ਸਕਦਾ। ਮਾਸ਼ਰ ਕੈ ਡੰਗ ਨਾ ਮਰਤ ਹੈ ਬਾਸਤ ਨਾਗ, ਮਕਰੀ ਨਾ ਚੀਤੈ ਜੀਤੈ ਸਰ ਨਾ ਪਚਾਵਈ। ਮੱਛਰ ਡੰਗ ਮਾਰ ਕਰਕੇ ਕਦੇ ਬਾਸ਼ਕ ਨਾਗ ਨੂੰ ਮਾਰ ਨਹੀਂ ਸਕਦਾ, ਉਸ ਦੇ ਵਿੱਚ ਇੰਨਾ ਜ਼ਹਿਰ ਨਹੀਂ ਕਿ ਬਾਸ਼ਕ ਨਾਗ ਨੂੰ ਮਾਰ ਦੇਵੇ। ਤੇ ਛੋਟੀ ਜਿਹੀ ਮੱਕੜੀ ਜਾਲੇ ਵਿੱਚ ਫਸਾ ਕਰਕੇ ਕੀੜੀਆਂ ਮੱਖੀਆਂ ਨੂੰ ਤੇ ਖਾ ਲੈਂਦੀ ਏ। ਜੇ ਮੱਕੜੀ ਮਾਣ ਕਰੇ ਆਪਣੇ ਜਾਲੇ ਵਿੱਚ ਚੀਤੇ ਨੂੰ ਬੰਨ੍ਹ ਕੇ ਖਾ ਲਵਾਂਗੀ ਜਾਂ ਤਿਸ ਦੀ ਬਰਾਬਰੀ ਕਰਾਂਗੀ, ਤਿਸ ਦਾ ਮਾਣ ਨਿਸਫਲ ਤੇ ਝੂਠਾ ਹੋਵੇਗਾ। ਤਮਚਰ ਉੱਡਤ ਨਾ ਪਹੁੰਚਤ ਆਕਾਸ਼ ਬਾਸ, ਮੂਸਾ ਤਉ ਨਾ ਪੈਰਤ ਸਮੁੰਦਰ ਪਾਰ ਪਾਵਈ। ਤਮਚਰ ਨਾਮ ਉੱਲੂ ਦਾ ਜੋ ਹਨੇਰੇ ਵਿੱਚ ਵਿਚਰਨ ਵਾਲਾ ਹੈ, ਛੋਟੀਆਂ ਛੋਟੀਆਂ ਉਡਾਰੀਆਂ ਤੇ ਉੱਲੂ ਮਾਰ ਲੈਂਦਾ ਹੈ। ਪਰ ਜੇਕਰ ਆਖੇ ਉਡਾਰੀ ਮਾਰ ਕੇ ਆਕਾਸ਼ ਦਾ ਅੰਤ ਲੈ ਲਵਾਂਗਾ, ਆਕਾਸ਼ ਦਾ ਅੰਤ ਨਹੀਂ ਲੈ ਸਕਦਾ। ਤੇ ਚੂਹਾ ਤੈਰ ਕਰਕੇ ਛੋਟੇ ਜਿਹੇ ਪਾਣੀ ਦੇ ਕਿਸੇ ਸੋਮੇ ਨੂੰ, ਛਪੜੀ ਇਤਿਆਦਿਕ ਨੂੰ ਪਾਰ ਤੇ ਕਰ ਸਕਦਾ, ਪਰ ਸਮੁੰਦਰ ਤੋਂ ਪਾਰ ਚੂਹਾ ਨਹੀਂ ਹੋ ਸਕਦਾ। ਤਾਰੀ ਇਤਨੀ ਵੱਡੀ ਨਹੀਂ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਤੈਸੇ ਪ੍ਰੇਮ ਪ੍ਰੇਮ ਨੇਮ ਅਗਮ ਅਗਾਧ ਬੋਧ, ਗੁਰਮੁਖ ਬੂੰਦ ਜੋ ਸਾਗਰ ਹੋਏ ਸਮਾਵਈ। ਜਿਸ ਪ੍ਰਕਾਰ ਭਾਈ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਰਮ ਪਿਆਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਨੇ, ਗੁਰਮੁਖ ਜਨ ਬੂੰਦ ਦੀ ਨਿਆਈ ਹੋ ਕਰਕੇ ਸਾਗਰ ਦੇ ਵਿੱਚ ਸਮਾ ਤੇ ਸਕਦੇ ਨੇ। ਪਰ ਜਿਵੇਂ ਕੀੜੀ ਹਾਥੀ ਨੂੰ ਨਹੀਂ ਖਾ ਸਕਦੀ, ਮੱਕੜੀ ਪਹਾੜ ਨੂੰ ਨਹੀਂ ਚੁੱਕ ਸਕਦੀ, ਮੱਛਰ ਬਾਸ਼ਕ ਨਾਗ ਨੂੰ ਨਹੀਂ ਮਾਰ ਸਕਦਾ, ਉੱਲੂ ਆਕਾਸ਼ ਦਾ ਅੰਤ ਨਹੀਂ ਲੈ ਸਕਦਾ, ਮੱਕੜੀ ਚੀਤੇ ਨੂੰ ਨਹੀਂ ਖਾ ਸਕਦੀ, ਨਹੀਂ ਬੰਨ ਸਕਦੀ, ਤੇ ਇਸੇ ਪ੍ਰਕਾਰ ਚੂਹਾ ਸਮੁੰਦਰ ਪਾਰ ਨਹੀਂ ਨਾ ਕਰ ਸਕਦਾ। ਕੋਈ ਵੀ ਜੀਵ ਨਾਮ ਦਾ ਮੁਕੰਮਲ ਰੂਪ ਦੇ ਵਿੱਚ ਮਹਾਤਮ ਨਹੀਂ ਕਥਨ ਕਰ ਸਕਦਾ। ਜਪਣ ਵਾਲਾ ਬੂੰਦ ਰੂਪ ਹੋ ਕਰਕੇ ਸਾਗਰ ਦੀ ਨਿਆਈ ਪਰਮੇਸ਼ਰ ਵਿੱਚ ਲੀਨ ਤੇ ਹੋ ਸਕਦਾ ਹੈ, ਪਰ ਬੂੰਦ ਸਾਗਰ ਵਿੱਚ ਮਿਲ ਕੇ ਵੀ ਸਾਗਰ ਦਾ ਅੰਤ ਨਹੀਂ ਲੈ ਸਕਦੀ। ਇਸੇ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਨਾਮ ਨੂੰ ਜਪਣ ਵਾਲੇ ਜਪ ਕਰਕੇ ਤਿਸ ਦੇ ਅੰਦਰ ਲੀਨਤਾ ਹੋ ਜਾਂਦੇ ਨੇ, ਪਰ ਨਾ ਤੇ ਨਾਮ ਦਾ ਮੁੱਲ, ਨਾਮ ਦੀ ਮਹਿਮਾ ਸਮਗਰ ਰੂਪ ਵਿੱਚ ਕਥਨ ਕਰ ਸਕਦੇ ਨੇ, ਨਾ ਵਾਹਿਗੁਰੂ ਜੀ ਦਾ ਅੰਤ ਲੈ ਸਕਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਕਿਲਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਜਿਨ੍ਹਾਂ ਨੇ ਮਨਮੁਖਤਾਈਆਂ ਦਾ ਤਿਆਗ ਕਰਕੇ ਗੁਰਮੁਖਤਾਈ ਨੂੰ ਧਾਰਨ ਕਰਕੇ ਪੂਰੇ ਸਤਿਗੁਰੂ ਜੀ ਦੁਆਰਾ ਨਾਮ ਨੂੰ ਜਪਿਆ ਹੈ ਨਾ, ਸਤਿਗੁਰਾਂ ਨੇ ਕਿਰਪਾਲਤਾ ਕਰਕੇ ਤਿੰਨਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਨਿਮਖ ਮਾਤਰ ਵੀ, ਅੱਖ ਝਮਕਣ ਸਮਾਂ ਵੀ ਕਿਸੇ ਨੇ ਪਿਆਰ ਨਾਲ ਜਪ ਲਿਆ ਹੈ ਤੇ ਸਤਿਗੁਰਾਂ ਨੇ ਪਾਰ ਉਤਾਰਾ ਕਰ ਦਿੱਤਾ ਹੈ ਤਿੰਨਾਂ ਦਾ। ਹਰ ਰਸ ਪੀਵੋ ਪੁਰਖ ਗਿਆਨੀ। ਮਹਾਰਾਜ ਫਿਰ ਅਸੀਂ ਕਿਹੜਾ ਯਤਨ ਕਰੀਏ ਸਾਡੀ ਅਗਿਆਨਤਾ ਕੱਟੀ ਜਾਵੇ ਤੇ ਸਾਨੂੰ ਨਾਮ ਦਾ ਰਸ ਆਵੇ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਹਾਰੇ ਰਸ ਪੀਵਹੁ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਬ੍ਰਹਮਾਨੰਦ ਰੂਪੀ ਰਸ ਨੂੰ ਪੀਣਾ ਕਰੋ, ਜਿਹੜਾ ਐਸਾ ਅਤ ਸਵਾਦਲਾ ਅਤਿਅੰਤ ਮਿੱਠਾ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਜਿਸ ਦੇ ਸਦਰਸ਼ ਹੋਰ ਕੋਈ ਰਸ ਪੁੱਜਦਾ ਹੀ ਨਹੀਂ, ਐਸੇ ਪ੍ਰਮਾਤਮਾ ਜੀ ਦੇ ਅੰਮ੍ਰਿਤ ਨਾਮ ਦੇ ਵਿੱਚੋਂ ਬ੍ਰਹਮਾਨੰਦ ਦੇ ਰਸ ਨੂੰ ਪੀਣਾ ਕਰੋ। ਪੁਰਖ ਗਿਆਨੀ, ਤਿਸ ਕਰਤਾ ਪੁਰਖ ਜੀ ਦੇ ਨਾਮ ਨੂੰ ਜਪ ਜਪ ਕਰਕੇ ਆਤਮ ਗਿਆਨੀ ਹੋ ਜਾਵੋਗੇ। ਸਰੂਪ ਰੂਪ ਦੀ ਪ੍ਰਾਪਤੀ ਕਰਨ ਵਾਲੇ ਹੋ ਜਾਵੋਗੇ। ਅਗਿਆਨਤਾ ਮਿਟ ਜਾਵੇਗੀ ਤੇ ਬ੍ਰਹਮ ਗਿਆਨੀ ਬਣ ਜਾਵੋਗੇ। ਗਿਆਨੀ ਦਾ ਭਾਵ ਹੁੰਦਾ ਆਤਮ ਗਿਆਨੀ। ਆਤਮ ਗਿਆਨੀ ਬ੍ਰਹਮ ਗਿਆਨੀ ਨੂੰ ਕਿਹਾ ਜਾਂਦਾ ਹੈ। ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਸਨਮਾਨ ਦੇ ਕਰਕੇ ਨਿਵਾਜਣਗੇ। ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਮਹਾਰਾਜ ਇਹ ਜਿਹੜਾ ਮਨ ਹੈ ਤ੍ਰਿਸ਼ਨਾ ਦਾ ਭਰਿਆ ਹੋਇਆ ਸੰਸਾਰਕ ਪਦਾਰਥਾਂ ਵੱਲ ਦੌੜਦਾ ਹੈ, ਇਸ ਨੂੰ ਕਿਵੇਂ ਰੋਕੀਏ? ਹਜ਼ੂਰ ਫਰਮਾਉਂਦੇ ਨੇ, ਭਾਈ ਲੱਖ ਮੜਿਆ ਕਰ ਇਕੱਠੇ ਏਕ ਰਤੀ ਲੈ ਪਾਹੇ। ਲੱਖਾਂ ਮਣ ਲੱਕੜਾਂ ਇਕੱਠੀਆਂ ਕਰ ਲਈਏ ਤੇ ਰੰਚਕ ਮਾਤਰ ਅੱਗ ਲਾ ਦਈਏ, ਸੜ ਕੇ ਸਵਾਹ ਹੋ ਜਾਂਦੀਆਂ ਨੇ। ਤ੍ਰਿਸ਼ਨਾ ਇਸੇ ਪ੍ਰਕਾਰ ਅੱਗ ਹੈ, ਪਦਾਰਥ ਲੱਕੜਾਂ ਦੀ ਨਿਆਈ ਹੈ। ਕਿਤਨੇ ਪਦਾਰਥ ਇਕੱਠੇ ਕਰ ਲਓ ਪਰ ਮਨ ਰੱਜਦਾ ਨਹੀਂ। ਫਿਰ ਰੱਜਦਾ ਕਿਵੇਂ ਹੈ? ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ,
ਪ੍ਰਭ ਸਿਓ ਲਾਗੈ ਪੂਰਨ ਧਿਆਨ। ਭਾਈ ਬਿਨਾ ਸੰਤੋਖ ਨਹੀਂ ਕੋ ਰਾਜੈ। ਮਨ ਨੂੰ ਸੰਤੋਖ ਕਿਵੇਂ ਆਵੇਗਾ? ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ, ਕੰਨਾਂ ਦੇ ਨਾਲ ਸੁਣ, ਸੁਣਨਾ ਕਰੋ। ਸਰਵਣਾ ਦੇ ਨਾਲ, ਕੰਨਾਂ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਸੁਣੋ। ਸੁਣ ਸੁਣ ਕਰਕੇ ਮਨ ਨੂੰ ਸੰਤੋਖ ਆ ਜਾਵੇਗਾ। ਮਨ ਵੱਡੀ ਭਾਰੀ ਤ੍ਰਿਪਤੀ ਨੂੰ ਪ੍ਰਾਪਤ ਕਰ ਲਵੇਗਾ। ਸਾਧੂ ਅੰਮ੍ਰਿਤ ਬਾਣੀ। ਮਹਾਰਾਜ ਨਾਮ ਨੂੰ ਕਿਵੇਂ ਸਰਵਣ ਕਰੀਏ? ਤੇ ਹਜ਼ੂਰ ਫਰਮਾਉਂਦੇ ਨੇ ਸਾਧੂ। ਸਾਧੂ ਦਾ ਅਰਥ ਹੈ ਸ੍ਰੇਸ਼ਟ। ਜੋ ਸ੍ਰੇਸ਼ਟ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਹੈ ਨਾ, ਇਸ ਅੰਮ੍ਰਿਤਮਈ ਗੁਰਬਾਣੀ ਦੁਆਰਾ ਨਾਮ ਦਾ ਸਰਵਣ ਕਰੋ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਸੁਣ ਵੱਡ ਭਾਗਿਆ। ਹਰ ਅੰਮ੍ਰਿਤ ਬਾਣੀ RAM। ਭਾਈ ਤੇਰੇ ਜੀਵਨ ਦਾ ਮਨੋਰਥ ਪ੍ਰਯੋਜਨ ਹੀ ਇਹੋ ਹੈ। ਆਇਓ ਸੁਨਨ ਪੜਨ ਕਉ ਬਾਣੀ। ਰੇ ਮਨ RAM ਸਿਓ ਕਰ ਪ੍ਰੀਤ। ਸ਼ਰਵਨ ਗੋਬਿੰਦ ਗੁਣ ਸੁਨਾਓ ਅਰ ਗਾਓ ਰਸਨਾ ਗੀਤ। ਆਪਣੇ ਕੰਨਾਂ ਦੇ ਨਾਲ ਸ੍ਰੇਸ਼ਟ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਸਰਵਣ ਕਰਨਾ ਕਰੋ। ਮਨ ਤ੍ਰਿਪਤੀ ਨੂੰ ਪ੍ਰਾਪਤ ਕਰ ਲਵੇਗਾ। ਰਹਾਉ। ਵਿਸ਼ਰਾਮ ਦੇ ਕਰਕੇ ਹਜ਼ੂਰ ਪਾਤਸ਼ਾਹ ਜੀ ਫਰਮਾਉਂਦੇ ਹਨ ਜੀ, ਮੁਕਤ ਭੁਗਤ ਜੁਗਤ ਸੱਚ ਪਾਈਐ। ਮਹਾਰਾਜ ਕਿਰਪਾਲਤਾ ਕਰਕੇ ਦੱਸੋ ਦੁਨੀਆ ਦੇ ਪਦਾਰਥ ਤੇ ਮੁਕਤੀ ਦੀ ਜੁਗਤ ਕਿਵੇਂ ਸਾਨੂੰ ਪ੍ਰਾਪਤ ਹੋਵੇ। ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਭਾਈ ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਜਿਸ ਨੂੰ ਜਪ ਕਰਕੇ ਭੁਗਤ ਸੰਸਾਰ ਦੇ ਸਾਰੇ ਪਦਾਰਥ ਵੀ ਪ੍ਰਾਪਤ ਹੋ ਜਾਣਗੇ ਤੇ ਮੁਕਤ ਜੁਗਤ ਅਨਵੈ ਕਰਕੇ ਅਰਥ ਲੱਗੇਗਾ। ਜੋ ਕਿ ਕੇਵਲ ਮੁਕਤੀ ਪ੍ਰਾਪਤ ਕਰਨੇ ਦੀ ਜੁਗਤੀ ਵੀ ਨਾਮ ਦੁਆਰਾ ਹੀ ਪੂਰੇ ਸਤਿਗੁਰਾਂ ਤੋਂ ਪ੍ਰਾਪਤ ਹੋਵੇਗੀ। ਸਰਬ ਸੁਖਾਂ ਕਾ ਦਾਤਾ। ਜੋ ਸਾਰਿਆਂ ਸੁੱਖਾਂ ਦਾ ਦਾਤਾ ਤੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ, ਤਿਸ ਦਾ ਸਿਮਰਨ ਕਰੋ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਇਸੇ ਪ੍ਰਕਾਰ ਸਾਰੇ ਸੁਖ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਨੇ। ਇਹ ਸੁੱਖਾਂ ਦਾ ਦਾਤਾ ਹੈ, ਇਸ ਨਾਮ ਨੂੰ ਹੀ ਜਪਣਾ ਕਰੋ। ਇਸੇ ਤੋਂ ਪਦਾਰਥ ਤੇ ਮੁਕਤੀ ਦੀ ਜੁਗਤ ਮਿਲੇਗੀ। ਆਪਣੇ ਦਾਸ ਕਉ ਭਗਤ ਦਾਨ ਦੇਵੈ। ਮਹਾਰਾਜ ਨਾਮ ਜਪਣ ਵਾਲਿਆਂ ਨੂੰ ਪ੍ਰਾਪਤੀ ਕੀ ਹੁੰਦੀ ਹੈ? ਤੇ ਹਜ਼ੂਰ ਫਰਮਾਉਂਦੇ ਨੇ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਦਾਸਾ ਭਾਵ ਨੂੰ ਧਾਰਨ ਕਰਕੇ ਨਾਮ ਜਪਦੇ ਨੇ ਨਾ, ਪਰਮ ਪਿਤਾ ਪਰਮਾਤਮਾ ਜੀ ਕਿਰਪਾਲਤਾ ਕਰਕੇ ਤਿੰਨਾਂ ਨੂੰ ਪ੍ਰੇਮਾ ਭਗਤੀ ਦਾਨ ਵਿੱਚ ਦੇ ਦਿੰਦੇ ਨੇ। ਇਹ ਏਡੀ ਵੱਡੀ ਦਾਤ ਹੈ, ਕਿਸੇ ਤਰੀਕੇ ਦੇ ਨਾਲ ਕਿਸੇ ਸਥਾਨ ਤੋਂ ਮੁੱਲ ਇਤਿਆਦਿਕ ਨਹੀਂ ਲਈ ਜਾ ਸਕਦੀ। ਐਸਾ ਪ੍ਰਮਾਤਮਾ ਜੀ ਦਾ ਨਾਮ ਹੈ, ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੂਲ। ਪੰਥਕ ਅਰਦਾਸ ਦੇ ਵਿੱਚ ਨਿਤ ਪੜ੍ਹਦੇ ਤੇ ਸੁਣਦੇ ਹਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਇਹ ਜਿਤਨੀਆਂ ਪੰਥਕ ਅਰਦਾਸ ਦੇ ਵਿੱਚ ਚੀਜ਼ਾਂ ਗਿਣੀਆਂ ਨੇ ਸਾਰੀਆਂ ਅਮੋਲਕ ਨੇ। ਸਤਿਗੁਰੂ ਜੀ ਤੋਂ ਦਾਨ ਰੂਪ ਵਿੱਚ ਮੰਗਣੀਆਂ ਮਹਾਰਾਜ ਮੁੱਲ ਨਹੀਂ ਅਦਾ ਕਰ ਸਕਦੇ, ਕੀਮਤ ਨਹੀਂ ਦੇ ਸਕਦੇ। ਕਿਰਪਾਲਤਾ ਕਰਕੇ ਸਾਡੀ ਹਿਰਦੇ ਰੂਪੀ ਝੋਲੀ ਵਿੱਚ ਇਹ ਦਾਨ ਪਾ ਦਿਓ। ਤੇ ਸਾਰਿਆਂ ਤੋਂ ਵੱਡਾ ਦਾਨਾ ਸਿਰ ਦਾਨ ਨਾਮ ਦਾਨ ਹੈ। ਮਹਾਰਾਜ ਕਿਰਪਾਲਤਾ ਕਰਕੇ ਇਹ ਵੀ ਸਾਡੀ ਸ਼ਰਧਾ ਵਿਸ਼ਵਾਸ ਰੂਪੀ ਝੋਲੀ ਵਿੱਚ ਪਾ ਦਿਓ। ਹਜ਼ੂਰ ਫਰਮਾਉਂਦੇ ਨੇ, ਸਭ ਤੋਂ ਵੱਡਾ ਨਾਮ ਦਾ ਦਾਨ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਨਾਮ ਜਪਣੇ ਦੀ, ਪ੍ਰੇਮਾ ਭਗਤੀ ਕਰਨੇ ਦੀ ਦਾਤ ਦਾਨ ਰੂਪ ਦੇ ਵਿੱਚ ਆਪਣੇ ਸੇਵਕ ਜਨਾਂ ਨੂੰ ਦਿੰਦੇ ਹਨ, ਦਾਸਾਂ ਨੂੰ ਦਿੰਦੇ ਹਨ। ਪੂਰਨ ਪੁਰਖ ਵਿਦਾਤਾ। ਮਹਾਰਾਜ ਇਹ ਦਾਨ ਮਿਲਦਾ ਕਿਸ ਤੋਂ ਹੈ? ਹਜ਼ੂਰ ਫਰਮਾਉਂਦੇ ਨੇ, ਜੋ ਪੁਰਖ ਵਿਆਪਕ ਸਰੂਪ ਪੂਰਨ ਪਰਿਪੂਰਨ ਹੋ ਰਿਹਾ ਹੈ ਸਰਬਤ ਸ੍ਰਿਸ਼ਟੀ ਕਾਇਨਾਤ ਦੇ ਅੰਦਰ। ਵਿਧਾਤਾ ਜੋ ਫਲ ਪ੍ਰਦਾਤਾ ਪਰਮਾਤਮਾ ਹੈ, ਉਹ ਪਰਮਾਤਮਾ ਜੀ ਹੀ ਕਿਰਪਾਲਤਾ ਕਰਕੇ ਐਸਾ ਦਾਨ ਦਿੰਦੇ ਹਨ ਜੀ। ਸ਼੍ਰਵਣੀ ਸੁਣੀਐ ਰਸ ਨਾ ਗਾਈਐ। ਮਹਾਰਾਜ ਨਾਮ ਦੇ ਅੰਦਰ ਸਾਡਾ ਪ੍ਰੇਮ ਕਿਵੇਂ ਲੱਗ ਜਾਵੇ, ਸਾਡੀ ਪ੍ਰੀਤੀ ਕਿਵੇਂ ਲੱਗ ਜਾਵੇ, ਮਨ ਕਿਵੇਂ ਜੁੜੇ। ਹਜ਼ੂਰ ਸਾਨੂੰ ਜੁਗਤ ਦੱਸੋ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਪਿਆਰਿਓ ਜਗਿਆਸੂ ਜਨੋ, ਸ਼੍ਰਵਣੀ ਸੁਣੀਐ। ਕੰਨਾਂ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਰਵਣ ਕਰੀਏ।
ਜੋ ਰੋਜ਼ਾਨਾ ਜਪਜੀ ਸਾਹਿਬ ਜੀ ਦਾ ਨਿਤਨੇਮ ਕਰਦੇ ਨੇ ਉਹ ਜਾਣਦੇ ਨੇ। ਗੁਰੂ ਸਾਹਿਬ ਜੀ ਨੇ 4 ਪੌੜੀਆਂ ਸਰਵਣ ਦਾ ਮਹਾਤਮ ਕਥਨ ਕਰਨ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰੀਆਂ ਨੇ। ਵੱਡਾ ਭਾਰੀ ਮਹਾਤਮ ਹੈ ਸੁਣਨੇ ਦਾ। ਪਹਿਲਾਂ ਕੰਨਾਂ ਦੇ ਨਾਲ ਸੁਣਨਾ ਕਰੋ, ਰਸਨਾ ਗਾਈਐ, ਫਿਰ ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ। ਇਸੇ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਕੀਰਤਨ ਰੂਪ ਦੇ ਵਿੱਚ ਵੀ ਕੰਨਾਂ ਦੇ ਨਾਲ ਸੁਣਨਾ ਹੈ, ਕਥਾ ਰੂਪ ਦੇ ਵਿੱਚ ਵੀ ਸੁਣਨਾ ਹੈ, ਅੰਮ੍ਰਿਤ ਬਾਣੀ ਦੇ ਰੂਪ ਦੇ ਵਿੱਚ ਵੀ ਇਸ ਨੂੰ ਸੁਣਨਾ ਹੈ। ਜੋ ਆਪਣੇ ਮੁਖ ਦੇ ਨਾਲ ਜਪਣਾ ਹੈ ਨਾ, ਰਸਨਾ ਗਾਈਐ, ਜੋ ਰਸਨਾ ਤੋਂ ਗਾਇਨ ਕਰਨਾ ਹੈ, ਜੋ ਜਪਣਾ ਹੈ, ਇਹ ਜੁਗਤ ਵੀ ਹੈ। ਜਿਸ ਵੇਲੇ ਨਿਤਨੇਮ ਕਰਨਾ ਜਾਂ ਸਿਮਰਨ ਕਰਨਾ ਹੈ, ਇੰਨੀ ਕੁ ਆਵਾਜ਼ ਦੇ ਵਿੱਚ ਜ਼ਰੂਰ ਬੋਲਣਾ ਜਿਹੜਾ ਆਪਣੇ ਕੰਨਾਂ ਨੂੰ ਸੁਣੇ। ਹਰ ਕਾ ਨਾਮ ਧਿਆਏ ਸੁਣ, ਜੋ ਧਿਆਉਣਾ ਹੈ ਆਰਾਧਨਾ ਕੰਨਾਂ ਨਾਲ ਸੁਣਨਾ ਵੀ ਹੈ। ਅਕਸਰ ਕਿਹਾ ਜਾਂਦਾ ਜੀ ਬਾਣੀ ਪੜ੍ਹਦਿਆਂ ਚਿੱਤ ਨਹੀਂ ਲੱਗਦਾ, ਮਨ ਨਹੀਂ ਟਿਕਦਾ। ਹਜ਼ੂਰ ਜੁਗਤ ਸਮਝਾਉਂਦੇ ਨੇ ਜਦੋਂ ਗੁਰਬਾਣੀ ਨੂੰ ਗਾਇਨ ਕਰਨਾ, ਪੜ੍ਹਨਾ ਸੁਣ ਸੁਣ ਕੇ ਗਾਇਨ ਕਰਨਾ ਹੈ। ਜਿਤਨਾ ਨਿਤਨੇਮ ਕਰਦੇ ਹੋ ਸੁਣ ਸੁਣ ਕੇ ਤਿਸ ਨੂੰ ਪੜ੍ਹਨਾ ਕਰੋ, ਤੇ ਜਿੱਥੋਂ ਮਨ ਉੱਕ ਜਾਵੇ ਫਿਰ ਆ ਕੇ ਉੱਥੋਂ ਹੀ ਸ਼ੁਰੂ ਕਰ ਲਵੋ। ਇਸ ਪ੍ਰਕਾਰ ਮਨ ਜੁੜ ਜਾਵੇਗਾ, ਫਿਰ ਬਾਹਰ ਨਹੀਂ ਜਾਵੇਗਾ। ਸ਼ਰਵਣਾ ਦੇ ਨਾਲ ਨਾਮ ਨੂੰ ਸੁਣੀਏ, ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਗਾਇਨ ਕਰਨਾ ਕਰੀਏ। ਹਿਰਦੈ ਧਿਆਈਐ ਸੋਈ, ਇਸ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਦੇ ਵਿੱਚ ਵੀ ਪਿਆਰਿਓ ਧਿਆਉਣਾ ਕਰੀਏ। ਇਹ ਉਪਦੇਸ਼ ਹੈ। ਕੰਨਾਂ ਦੇ ਨਾਲ ਸੁਣਨਾ ਹੈ, ਫਿਰ ਰਸਨਾ ਦੇ ਨਾਲ ਗਾਇਨ ਕਰਨਾ ਹੈ। ਹਿਰਦੇ ਵਿੱਚ ਪਿਆਰ ਜਾਗ ਪਵੇਗਾ, ਫਿਰ ਹਿਰਦੇ ਦੇ ਵਿੱਚ ਤਿਸ ਦੇ ਨਾਮ ਦੀ ਆਰਾਧਨਾ ਕਰਨੀ ਹੈ। ਅੰਤਰ ਗੁਰ ਆਰਾਧਨਾ, ਹਿਰਦੇ ਦੇ ਅੰਦਰ ਤਿਸ ਨੂੰ ਫਿਰ ਆਰਾਧਨਾ ਹੈ, ਧਿਆਉਣਾ ਹੈ। ਕਾਰਣ ਕਾਰਣ ਸਮਰੱਥ ਸੁਆਮੀ, ਹਜ਼ੂਰ ਇਸ ਗੱਲ ਨੂੰ ਕਿਵੇਂ ਜਾਣਿਆ ਜਾਵੇ? ਕੰਨਾਂ ਨਾਲ ਸੁਣੀਏ, ਰਸਨਾ ਨਾਲ ਗਾਵੀਏ, ਹਿਰਦੇ ਵਿੱਚ ਆਰਾਧੀਏ ਤੇ ਮਹਾਤਮ ਜ਼ਰੂਰ ਮਿਲੇਗਾ। ਹਜ਼ੂਰ ਫਰਮਾਉਂਦੇ ਨੇ ਭਾਈ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਕਾਰਨ ਸਰੂਪ ਆਪ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਜੋ ਸਰਬ ਕਲਾ ਸਮਰੱਥ ਹੈ। ਜਾਤੇ ਬ੍ਰਿਥਾ ਨਾ ਕੋਈ, ਭਾਵਨਾ ਕਰਕੇ ਹਿਰਦੇ ਦੇ ਅੰਦਰ ਇਹ ਗੱਲ ਵਸਾ ਲਵੋ, ਜਾਤੇ ਜਿਸ ਦੇ ਦਰ ਤੋਂ ਬ੍ਰਿਥਾ ਨਾ ਕੋਈ, ਕੋਈ ਵੀ ਖਾਲੀ ਨਹੀਂ ਜਾਂਦਾ। ਬਾਬਾ ਆਦਮ ਜੀ ਮਾਲਵੇ ਤੋਂ ਚੱਲ ਕੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਆਉਂਦੇ ਨੇ। ਸਤਿਗੁਰੂ ਜੀ ਨੇ ਅੰਤਰਜਾਮਤਾ ਨਾਲ ਦੇਖਿਆ, ਇਸ ਦੇ ਕਰਮਾਂ ਵਿੱਚ ਪੁੱਤਰ ਲਿਖਿਆ ਹੀ ਨਹੀਂ, ਪਰ ਤਿਸ ਦੀ ਪੁੱਤਰ ਪ੍ਰਾਪਤੀ ਦੀ ਭਾਵਨਾ ਪੂਰੀ ਕਰਨ ਵਾਸਤੇ 70 ਸਾਲ ਦੀ ਅਵਸਥਾ ਵਿੱਚ ਵੀ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਭਗਤੀ ਦੀ ਅੰਸ਼ ਦੇ ਵਿੱਚ ਉਸ ਪੁੱਤਰ ਬਖਸ਼ ਦਿੱਤਾ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ। ਬੀਬੀ ਸੁਲੱਖਣੀ ਚੱਲ ਕਰਕੇ ਆਉਂਦੀ ਹੈ, ਭਾਗਾਂ ਵਿੱਚ ਇੱਕ ਪੁੱਤਰ ਵੀ ਨਹੀਂ ਸੀ ਲਿਖਿਆ, ਸਤਿਗੁਰੂ ਜੀ ਨੇ 7 ਲਿਖ ਦਿੱਤੇ। ਭਾਈ ਹਿਰਦੇ ਵਿੱਚ ਨਿਸ਼ਚਾ ਕਰਕੇ ਜਾਣੋ, ਇੱਥੇ ਅਭਾਗੇ ਆਉਂਦੇ ਨੇ ਤੇ ਸੁਭਾਗੇ ਹੋ ਜਾਂਦੇ ਨੇ। ਖਾਲੀ ਝੋਲੀਆਂ ਵਾਲੇ ਆਉਂਦੇ ਨੇ, ਝੋਲੀਆਂ ਭਰ ਕੇ ਜਾਂਦੇ ਨੇ। ਇਸ ਦਰ ਤੋਂ ਕਦੇ ਕੋਈ ਬਿਰਥਾ ਨਹੀਂ ਜਾਂਦਾ ਹੈ। ਬਿਰਥਾ ਦਾ ਅਰਥ ਪੀੜਾ ਵੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਤੋਂ ਕਿਸੇ ਨੂੰ ਪੀੜਾ, ਕਿਸੇ ਨੂੰ ਦੁੱਖ ਨਹੀਂ ਮਿਲਦਾ। ਸਤਿਗੁਰ ਸਭਨਾ ਦਾ ਭਲਾ ਮਨਾਏਦਾ। ਇਹ ਦਰ ਐਸਾ ਹੈ, ਇੱਥੇ ਚਾਹੇ ਕੋਈ ਹਿੰਦੂ ਆ ਜਾਵੇ, ਮੁਸਲਿਮ ਆ ਜਾਵੇ, ਸਿੱਖ ਆ ਜਾਵੇ, ਈਸਾਈ ਆ ਜਾਵੇ, ਬੋਧੀ ਆ ਜਾਵੇ, ਜੈਨੀ ਆ ਜਾਵੇ, ਪਾਰਸੀ ਆ ਜਾਵੇ, ਕਿਸੇ ਜਾਤ ਦਾ, ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਫਿਰਕੇ ਦਾ, ਕਿਸੇ ਨਸਲ ਦਾ, ਕਿਸੇ ਭਾਸ਼ਾ ਨੂੰ ਬੋਲਣ ਵਾਲਾ ਆ ਜਾਵੇ। ਇੱਥੇ ਜਾਤੀ ਪਾਤੀ ਦੀ ਵਿਚਾਰ ਨਹੀਂ ਕੀਤੀ ਜਾਂਦੀ। ਇੱਥੇ ਸਤਿਗੁਰੂ ਜੀ ਸਭਨਾਂ ਦਾ ਭਲਾ ਕਰਦੇ ਨੇ। ਸਾਰਿਆਂ ਨੂੰ ਸ਼ਰਨ ਵਿੱਚ ਲੈ ਕਰਕੇ, ਸ਼ਰਨ ਰੂਪੀ ਗੋਦਰੇ ਵਿੱਚ ਬਿਠਾ ਕਰਕੇ ਸਤਿਗੁਰੂ ਜੀ ਅੰਮ੍ਰਿਤ ਰਸ, ਅੰਮ੍ਰਿਤ ਬਾਣੀ ਦੁਆਰਾ ਪਿਲਾ ਕਰਕੇ ਸਭਨਾਂ ਦਾ ਭਲਾ ਕਰਦੇ ਨੇ, ਪਰਉਪਕਾਰ ਦੇ ਹਿੱਤ। ਹਜ਼ੂਰ ਫਰਮਾਉਂਦੇ ਨੇ ਭਾਈ, ਇਹ ਐਸਾ ਦਰ ਹੈ ਜਿੱਥੋਂ ਕਿਸੇ ਨੂੰ ਦੁੱਖ ਨਹੀਂ ਮਿਲਦਾ, ਸਭਨਾਂ ਨੂੰ ਸੁੱਖ ਹੀ ਸੁੱਖ ਇੱਥੋਂ ਮਿਲਦੇ ਹਨ। ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਹੈ। ਵੱਡਾ ਭਾਗ ਰਤਨ ਜਨਮ ਪਾਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਕੋਈ ਹੋਰ ਜੁਗਤ ਦੱਸੋ ਜਿਸ ਦੇ ਨਾਲ ਸਹਿਜੇ ਹੀ ਸੁਭਾਵਕ ਹੀ ਪ੍ਰਮਾਤਮਾ ਜੀ ਦੀ ਸਾਡੇ ਉੱਪਰ ਨਜ਼ਰੇ ਅਨਾਇਤ ਹੋ ਜਾਵੇ। ਆਪ ਜੀ ਫਰਮਾਉਂਦੇ ਨੇ ਭਾਈ ਫਿਰ ਅਰਦਾਸ ਕਰੋ, ਬੇਨਤੀ ਕਰੋ। ਮਹਾਰਾਜ ਸਾਨੂੰ ਤੇ ਅਰਦਾਸ ਕਰਨੀ ਨਹੀਂ ਆਉਂਦੀ, ਕਿਰਪਾ ਕਰਕੇ ਸਿਖਾ ਦੇਵੋ। ਹਜ਼ੂਰ ਫਰਮਾਉਂਦੇ ਨੇ ਐਵੇਂ ਅਰਦਾਸਾ ਕਰੋ। ਅਕਾਲ ਪੁਰਖ ਜੀ, ਆਪ ਜੀ ਨੇ ਵੱਡੀ ਭਾਰੀ ਕਿਰਪਾਲਤਾ ਕੀਤੀ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ,
ਦੇਹੋ ਦਰਸ ਹਰਿ ਰਾਇਆ। ਮਹਾਰਾਜ ਆਪ ਜੀ ਦੀ ਕਿਰਪਾਲਤਾ ਦੁਆਰਾ ਵੱਡਿਆਂ ਭਾਗਾਂ ਦੇ ਨਾਲ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕੀਤਾ ਹੈ। ਕਰਹੁ ਕਿਰਪਾ ਕਿਰਪਾਲਾ। ਇਹ ਕਿਰਪਾਲੂ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਦੀਨਾਂ ਦੇ ਉੱਪਰ, ਨਿਮਾਣਿਆਂ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ। ਸਾਧ ਸੰਗ ਨਾਨਕ ਗੁਣ ਗਾਵੇ। ਇਹ ਅਕਾਲ ਪੁਰਖ ਵਾਹਿਗੁਰੂ ਜੀ ਪੁੱਛਣ, ਭਾਈ ਤੈਨੂੰ ਮਨੁੱਖਾ ਜਨਮ ਤੇ ਦੇ ਦਿੱਤਾ, ਤਰਸ ਕਰਕੇ, ਕਿਰਪਾਲਤਾ ਕਰਕੇ ਐਸਾ ਮੁੱਲਕ ਜਨਮ ਦਿੱਤਾ ਜਿਹੜਾ ਦੇਵਤਿਆਂ ਵਾਸਤੇ ਵੀ ਦੁਰਲੱਭ ਹੈ, ਹੋਰ ਹੁਣ ਕੀ ਚਾਹੁੰਦਾ ਹੈ? ਤੇ ਐਵੇਂ ਬੇਨਤੀਆਂ ਕਰਨੀਆਂ ਨੇ, ਸਾਧ ਸੰਗ ਨਾਨਕ ਗੁਣ ਗਾਵੇ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਫਰਮਾਉਂਦੇ ਨੇ, ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਜੀ ਇਹ ਦਾਤ ਬਖਸ਼ਿਸ਼ ਕਰੋ, ਸਾਧ ਸੰਗਤ ਦੇ ਨਾਲ ਮਿਲ ਕਰਕੇ ਆਪ ਜੀਆਂ ਦੇ ਗੁਣਾਂ ਨੂੰ ਸਦਾ ਸਦਾ ਵਾਸਤੇ ਗਾਉਂਦੇ ਰਹੀਏ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮਹਾਰਾਜ ਸਾਧ ਸੰਗਤ ਦੇ ਨਾਲ ਮਿਲ ਕਰਕੇ ਦਿਨ ਰਾਤ ਸਵਾਸ ਸਵਾਸ ਕਰਕੇ ਆਪ ਜੀ ਦੇ ਗੁਣ ਗਾਉਂਦੇ ਰਹੀਏ। ਸਿਮਰੈ ਸਦਾ ਗੋਪਾਲਾ। ਤੇ ਗੋਪਾਲਾ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰਨ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਨਾਮ ਨੂੰ ਸਦਾ ਸਦਾ ਸਿਮਰਦੇ ਰਹੀਏ। ਨਿਮਖ ਮਾਤਰ ਵੀ ਆਪ ਜੀ ਦਾ ਨਾਮ ਸਾਨੂੰ ਕਦੇ ਵਿਸਰ ਨਾ ਜਾਵੇ। ਐਵੇਂ ਅਰਦਾਸਾਂ ਬੇਨਤੀਆਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿਖੇ ਕਰਨੀਆਂ ਨੇ। ਤੇ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਸ਼ਰਧਾ ਵਿਸ਼ਵਾਸ ਰੂਪੀ ਪ੍ਰੇਮ ਰੂਪੀ ਝੋਲੀ ਨਾਮ ਦੀ ਦਾਤ ਦੇ ਨਾਲ ਭਰ ਦਿੰਦੇ ਨੇ। ਤੇ ਜਿਸ ਦੇ ਪੱਲੇ ਨਾਮ ਪੈ ਗਿਆ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈ ਸਤਿਗੁਰੂ ਜੀ ਦੇ ਕਰਕੇ ਆਪਣੇ ਸਰੂਪ ਰੂਪ ਦੇ ਵਿੱਚ ਅਭੇਦ ਕਰ ਲੈਂਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਏ। ਜੋ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਚੱਲਦੀ ਏ ਤਿਸ ਦੀ ਵਿਚਾਰ ਵੀ ਸਰਵਣ ਕਰੀਏ। ਮਹਲਾ ਦੂਜਾ। ਸਤਿਗੁਰੂ ਅੰਗਦ ਦੇਵ ਸਾਹਿਬ ਜੀਆਂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਲੋਕ ਦੇਵੀ ਦੇਵਤਿਆਂ ਦੇ ਮੰਤਰਾਂ ਦੇ ਜਪ ਕਰਦੇ ਨੇ, ਸਰੀਰ ਨੂੰ ਖੇਦ ਦੇਣ ਰੂਪੀ ਤਪ ਕਰਦੇ ਨੇ। ਮਹਾਰਾਜ ਕੀ ਗੁਰਮਤਿ ਦੇ ਵਿੱਚ ਵੀ ਤਿੰਨਾਂ ਦਾ ਕੋਈ ਸਥਾਨ ਹੈ? ਤੇ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਹਨ ਜੀ, ਜਪ ਤਪ ਸਭ ਕਿਛ ਮੰਨੀਐ। ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਮੰਨਣ ਕਰਨਾ ਕਰੋ। ਸਤਿਗੁਰੂ ਜੀ ਨੇ, ਗੁਰੂ ਨਾਨਕ ਦੇਵ ਸਾਹਿਬ ਜੀ ਨੇ 4 ਪੌੜੀਆਂ ਜਪਜੀ ਸਾਹਿਬ ਜੀ ਦੇ ਅੰਦਰ ਮੰਨਣ ਦੀਆਂ ਕਥਨ ਕੀਤੀਆਂ ਨੇ। ਇੱਥੇ ਹਜ਼ੂਰ ਕਥਨ ਕਰਨਾ ਕਰਦੇ ਨੇ, ਜਪ ਤਪ ਸਭ ਕਿਛ ਮੰਨਿਆ। ਨਾਮ ਦਾ ਮੰਨਣ ਕਰਨੇ ਦੇ ਨਾਲ ਸਾਰੇ ਜਪਾਂ ਦਾ ਮਹਾਤਮ ਵੀ ਮਿਲ ਜਾਂਦਾ ਹੈ, ਸਾਰਿਆਂ ਤਪਾਂ ਦੇ ਕਰਨੇ ਦਾ ਮਹਾਤਮ ਵੀ ਸਹਜੇ ਹੀ ਮਿਲ ਜਾਂਦਾ ਹੈ। ਸਤਿਗੁਰੂ ਜੀ ਦੀ ਸੇਵਾ ਹੀ ਇਤਨੀ ਵੱਡੀ ਹੈ, ਗੁਰ ਸੇਵਾ ਤਪਾ ਸਿਰ ਤਪਸਾਰ। ਸਤਿਗੁਰੂ ਜੀ ਦੀ ਸੇਵਾ ਮਹਾ ਤਪੱਸਿਆਵਾਂ ਸਿਰ ਤਪੱਸਿਆ ਹੈ। ਭਾਈ ਜਿਹੜਾ ਨਾਮ ਦਾ ਮੰਨਣ ਕਰ ਲੈਂਦਾ ਹੈ ਸਾਰਿਆਂ ਜਪਾਂ ਤਪਾਂ ਦਾ ਮਹਾਤਮ ਸਹਜੇ ਹੀ ਤਿਸ ਨੂੰ ਪ੍ਰਾਪਤ ਹੋ ਜਾਂਦਾ ਹੈ। ਅਵਰ ਕਾਰਾ ਸਭ ਬਾਦ। ਮਹਾਰਾਜ ਜਿਹੜੇ ਨਾਮ ਨੂੰ ਤੇ ਨਹੀਂ ਜਪਦੇ ਪਰ ਹੋਰ ਤਪੱਸਿਆ ਧੋਤੀ ਨੇਤੀ ਨਿਉਲੀ ਇਤਿਆਦਿਕ ਸਾਧਨ ਕਰਦੇ ਨੇ, ਹੱਠ ਯੋਗ ਕਿਰਿਆਵਾਂ ਕਰਦੇ ਨੇ, ਤਿੰਨਾਂ ਦੇ ਪਰਸਾਏ ਦੱਸੋ। ਹਜ਼ੂਰ ਫਰਮਾਉਂਦੇ ਨੇ, ਭਾਈ ਨਾਮ ਤੋਂ ਬਿਨਾਂ ਸਾਰੀਆਂ ਕਿਰਿਆਵਾਂ ਵਿਅਰਥ ਨੇ। ਜੇ ਨਾਮ ਨਹੀਂ ਨਾ ਜਪਿਆ ਕਿਤਨੇ ਕੋਈ ਸਾਧਨ ਕਰ ਲਵੇ, ਕਿਤਨੇ ਕੋਈ ਹੋਰ ਯਤਨ ਕਰ ਲਵੇ, ਉਹ ਸਾਰੇ ਵਿਅਰਥ ਨੇ। ਪਰ ਜਿਸ ਨੇ ਨਾਮ ਜਪ ਲਿਆ ਸਾਰੇ ਸਾਧਨਾ ਦਾ ਮਹਾਤਮ ਸਹਜੇ ਮਿਲ ਜਾਂਦਾ, ਵਿੱਚ ਹੀ ਆ ਜਾਂਦਾ। ਜੀ ਕਿਵੇਂ ਆ ਜਾਂਦਾ? ਜਿਵੇਂ ਕੋਈ ਦੁੱਧ ਛਕ ਲਵੇ ਨਾ, ਉਸਨੇ ਮਲਾਈ ਵੀ ਖਾ ਲਈ, ਉਸਨੇ ਮੱਖਣ ਵੀ ਖਾ ਲਿਆ, ਉਸਨੇ ਘਿਓ ਵੀ ਖਾ ਲਿਆ, ਉਸਨੇ ਰਬੜੀ ਵੀ ਖਾ ਲਈ, ਉਸਨੇ ਖੋਵਾ ਵੀ ਖਾ ਲਿਆ, ਉਸਨੇ ਪਨੀਰ ਹੀ ਖਾ ਲਿਆ, ਕਿਉਂਕਿ ਸਭ ਕੁਝ ਦੁੱਧ ਦੇ ਵਿੱਚ ਹੀ ਹੈ। ਜੇ ਦੁੱਧ ਛੱਡ ਕੇ ਹੋਰ ਥਾਵਾਂ ਤੇ ਭਟਕਦਾ ਰਵੇ, ਹੋਰ ਪਦਾਰਥ ਖਾ ਕਰਕੇ ਚਾਹਵੇ ਮੈਨੂੰ ਸਾਰੀਆਂ ਚੀਜ਼ਾਂ ਮਿਲ ਜਾਣ ਤੇ ਨਹੀਂ ਮਿਲ ਲੱਗੀਆਂ। ਜਿਵੇਂ ਦੁੱਧ ਦੇ ਵਿੱਚ ਸਾਰੀਆਂ ਵਸਤੂਆਂ ਨੇ, ਨਾਮ ਦੇ ਵਿੱਚ ਸਾਰਿਆਂ ਸਾਧਨਾ ਦਾ ਮਹਾਤਮ ਹੈ। ਹਜ਼ੂਰ ਫਰਮਾਉਂਦੇ ਨੇ, ਨਾਮ ਨੂੰ ਜਪ ਕਰਕੇ ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਹਿਰਦੇ ਦੇ ਪਿਆਰ ਕਰਕੇ, ਭਾਈ ਉਹ ਤੇ ਸਾਰੇ ਜਪਾਂ ਤਪਾਂ ਦਾ ਮਹਾਤਮ ਪ੍ਰਾਪਤ ਕਰਦੇ ਨੇ। ਤੇ ਨਾਮ ਨੂੰ ਛੱਡ ਕਰਕੇ ਹੋਰ ਜਿਤਨੇ ਸਾਧਨ ਕਿਰਿਆਵਾਂ ਕਰਦੇ ਨੇ ਸਾਰੀਆਂ ਵਿਅਰਥੀਆਂ ਹਨ, ਤਿੰਨਾਂ ਦੀਆਂ ਘਾਲਣਾਵਾਂ। ਨਾਨਕ ਮੰਨਿਆ ਮੰਨੀਐ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਨਾਮ ਦਾ ਮੰਨਣ ਕਰਦੇ ਨੇ ਨਾ ਉਹ ਦੁਨੀਆ ਦੇ ਅੰਦਰ ਮੰਨੇ ਜਾਂਦੇ ਨੇ, ਦੁਨੀਆ ਦੇ ਅੰਦਰ ਸਨਮਾਨ ਪਾਉਂਦੇ ਨੇ, ਇੱਜ਼ਤ ਵਡਿਆਈ ਪਾਉਂਦੇ ਨੇ, ਪਤ ਆਬਰੋ ਪਾਉਂਦੇ ਨੇ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ।
ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੂਜਿਆ ਹੈ, ਨਿਰੰਕਾਰ ਜੀ ਨੇ ਤਿਨਾਂ ਦੀ ਪੂਜਾ ਕਰਾ ਦਿੱਤੀ ਏ, ਤਿਨਾਂ ਨੂੰ ਮਾਨ ਸਨਮਾਨ ਦੁਨੀਆ ਦੇ ਅੰਦਰ ਦਵਾ ਦਿੱਤਾ ਹੈ। ਵਾਹਿਗੁਰੂ ਜੀ ਨੂੰ ਮੰਨਣ ਵਾਲੇ ਦੁਨੀਆ ਦੇ ਅੰਦਰ ਸਤਿਕਾਰੇ ਜਾਂਦੇ ਹਨ। ਪੂਜੀਐ ਗੁਰ ਪ੍ਰਸਾਦ। ਮਹਾਰਾਜ ਨਾਮ ਨੂੰ ਮੰਨਣ ਦੀ ਜੁਗਤੀ ਕਿਵੇਂ ਮਿਲਦੀ ਏ? ਹਜ਼ੂਰ ਫਰਮਾਉਂਦੇ ਨੇ, ਭਾਈ ਸਤਿਗੁਰੂ ਜੀ ਦੀ ਕਿਰਪਾਲਤਾ ਦੁਆਰਾ, ਸਤਿਗੁਰੂ ਜੀ ਦੀ ਨਜ਼ਰੇ ਅਨਾਇਤ ਦੁਆਰਾ, ਕਿਰਪਾ ਦੇ ਨਾਲ ਨਾਮ ਨੂੰ ਮੰਨਣ ਦੀ ਜੁਗਤ ਹਿਰਦੇ ਦੇ ਪਿਆਰ ਸ਼ਰਧਾ ਵਿਸ਼ਵਾਸ ਕਰਕੇ ਬੁੱਝੀ ਜਾਂਦੀ ਹੈ। ਪੌੜੀ। ਸਤਿਗੁਰੂ ਅਮਰਦਾਸ ਸਾਹਿਬ ਜੀਆਂ ਦੇ ਪਾਸ ਜਗਿਆਸੂਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਸਰੀਰ ਦੇ ਨਾਲ ਆਤਮਾ ਦਾ ਸੰਜੋਗ ਕਿਵੇਂ ਹੋਇਆ ਹੈ? ਤੇ ਗੁਰੂ ਅਮਰਦਾਸ ਸਾਹਿਬ ਜੀ ਪੌੜੀ ਰਾਹੀਂ ਉਪਦੇਸ਼ ਫਰਮਾਉਂਦੇ ਹਨ। ਆਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ। ਇਹ ਜਗਿਆਸੂ ਜਨੋ, ਕਰਤੇ ਪੁਰਖ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਜੀਵਾਂ ਦੇ ਪੂਰਬਲੇ ਜਨਮਾਂ ਦੇ ਕਰਮਾਂ ਦੇ ਅਨੁਸਾਰ ਇਸ ਸਰੀਰ ਦੇ ਨਾਲ ਹੰਸ ਕਹੀਏ ਜੀਵ ਆਤਮਾ ਦਾ ਸੰਬੰਧ ਬਣਾ ਕਰਕੇ ਜੀਵ ਆਤਮਾ ਨੂੰ ਸਰੀਰ ਦੇ ਅੰਦਰ ਪਾ ਦਿੱਤਾ ਹੋਇਆ ਹੈ। ਸਭ ਮਹਿ ਗੁਪਤ ਵਰਤਦਾ। ਇਸ ਪ੍ਰਕਾਰ ਤੁਰ ਦਰਗਾਹ ਤੋਂ ਹੀ ਸਰੀਰ ਦੇ ਨਾਲ ਆਤਮਾ ਦਾ ਸੰਜੋਗ ਪਰਮਾਤਮਾ ਜੀ ਨੇ ਲਿਖ ਕਰਕੇ ਪਾਇਆ ਹੈ। ਕਿਤਨੇ ਸਾਹ ਲੈਣੇ ਨੇ, ਕਿਤਨੇ ਦਿਨ ਜਿਉਣਾ, ਕਿਤਨੇ ਹਫ਼ਤੇ, ਕਿਤਨੇ ਮਹੀਨੇ, ਕਿਤਨੇ ਸਾਲ, ਕਿਤਨੇ ਦਹਾਕੇ ਜ਼ਿੰਦਗੀ ਜਿਉਣੀ ਏ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਹਿਲੇ ਲਿਖ ਕਰਕੇ ਪਾ ਦਿੱਤਾ ਹੋਇਆ ਹੈ। ngਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤੇ ਲਸਾਰ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਇਹ ਤੁਰ ਦਰਗਾਹ ਤੋਂ ਪਰਮਾਤਮਾ ਜੀ ਨੇ ਲੇਖ ਪਾ ਦਿੱਤੇ ਨੇ। ਪੁੱਛਿਆ ਮਹਾਰਾਜ, ਐਸੇ ਲੇਖਾਂ ਦੇ ਲਿਖਣ ਵਾਲੇ ਵਿਧਾਤਾ ਫਲ ਵਰਦਾਤਾ ਪਰਮਾਤਮਾ ਜੀ ਵਸਦੇ ਕਿੱਥੇ ਨੇ? ਤੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਭ ਮਹਿ ਗੁਪਤ ਵਰਤਦਾ। ਪਰਮਾਤਮਾ ਜੀ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਗੁਪਤ ਰੂਪ ਹੋ ਕਰਕੇ ਵਸਦੇ ਹਨ। ਗੁਰਮੁਖ ਪ੍ਰਗਟਾਇਆ। ਮਹਾਰਾਜ ਕਿਸੇ ਨੇ ਗੁਪਤ ਵਸਣੇ ਵਾਲੇ ਪਰਮੇਸ਼ਰ ਨੂੰ ਜਾਣਿਆ ਵੀ ਹੈ। ਹਜ਼ੂਰ ਫਰਮਾਉਂਦੇ ਨੇ, ਗੁਰਮੁਖ ਜਨਾਂ ਨੂੰ ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਮਿਲੈ ਪ੍ਰਤੱਖ ਗੁਸਾਈਆ ਧੰਨਾ ਵਡ ਭਾਗਾ। ਇਸ ਪ੍ਰਕਾਰ ਪ੍ਰਤੱਖ ਗੁਰਮੁਖਾਂ ਨੇ ਸਤਿਗੁਰੂ ਜੀ ਦੀ ਨਜ਼ਰੇ ਅਨਾਇਤ ਦੇ ਨਾਲ ਦੇਖਿਆ ਹੈ। ਸਤਿਗੁਰੂ ਜੀ ਨੇ ਪ੍ਰਗਟ ਕਰਕੇ ਗੁਰਮੁਖਾਂ ਨੂੰ ਦਿਖਾ ਦਿੱਤਾ ਹੈ। ਗੁਣ ਗਾਵੇ ਗੁਣ ਉਚਰੈ। ਮਹਾਰਾਜ ਤਿਨਾਂ ਦੇ ਗੁਰਮੁਖਾਂ ਦਾ ਜੀਵਨ ਕੈਸਾ ਹੈ, ਜੀਵਨ ਸ਼ੈਲੀ ਕੈਸੀ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਪ੍ਰਗਟ ਕਰਕੇ ਨਿਰੰਕਾਰ ਜੀ ਦਿਖਾਉਂਦੇ ਨੇ। ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਣ ਗਾਵੇ, ਉਹ ਆਪਣੀ ਰਸਨਾ ਦੇ ਨਾਲ ਰਾਗ ਵਿਦਿਆ ਦੁਆਰਾ, ਕੀਰਤਨ ਭਗਤੀ ਦੁਆਰਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਨੇ। ਗੁਣ ਉਚਰੈ, ਤੇ ਸੁਭਾਵਕ ਵੀ ਆਪਣੇ ਮੁਖ ਦੇ ਵਿੱਚੋਂ ਨਾਮ ਨੂੰ ਹੀ ਉਚਾਰਦੇ ਨੇ। ਚਲਤ ਬੈਸਤ ਸੋਵਤ ਜਾਗਤ, ਗੁਰ ਮੰਤਰ ਹਿਰਦੈ ਚਿਤਾਰ। ਹਿਰਦੇ ਦੇ ਅੰਦਰ ਵੀ ਨਾਮ ਦੀ ਹੀ ਸਦਾ ਚਿਤਵਨੀ ਰੱਖਦੇ ਹਨ। ਗੁਣ ਮਾਹਿ ਸਮਾਇਆ। ਇਸ ਪ੍ਰਕਾਰ ਗਾਉਂਦਿਆਂ, ਜਪਦਿਆਂ ਤੇ ਹਿਰਦੇ ਵਿੱਚ ਚਿੰਤਨ ਕਰਦਿਆਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਦਰ ਹੀ ਸਮਾਏ ਰਹਿੰਦੇ ਨੇ, ਮਿਲੇ ਰਹਿੰਦੇ ਨੇ, ਮਰਦੀ ਸੁਰਤ ਕਰਕੇ ਤਦਾਕਾਰ ਹੋਏ ਰਹਿੰਦੇ ਹਨ। ਸੱਚੀ ਬਾਣੀ ਸੱਚ ਹੈ। ਉਹਨਾਂ ਨੇ ਭਾਈ ਨਿਸ਼ਚੇ ਦੇ ਸਹਿਤ ਸੱਚੀ ਬਾਣੀ ਨੂੰ ਸੱਚ ਸਰੂਪ ਪਰਮਾਤਮਾ ਜੀ ਦਾ ਹੀ ਸਰੂਪ ਕਰਕੇ ਜਾਣਿਆ ਹੈ। ਵਾਹੋ ਆਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਨਿਸ਼ਚੇ ਦੇ ਸਹਿਤ ਸੱਚੀ ਬਾਣੀ ਨੂੰ ਪਰਮੇਸ਼ਰ ਸਰੂਪ ਕਰਕੇ ਜਾਣਿਆ ਹੈ। ਨਿਸ਼ਚੇ ਦੇ ਸਹਿਤ ਅੰਮ੍ਰਿਤ ਗੁਰਬਾਣੀ ਨੂੰ ਜਪ ਕਰਕੇ ਗੁਰਬਾਣੀ ਦੁਆਰਾ ਵਾਹਿਗੁਰੂ ਜੀ ਨੂੰ ਗੁਰ ਕਿਰਪਾ ਦੇ ਨਾਲ ਜਾਣਿਆ ਹੈ। ਸੱਚ ਮੇਲ ਮਿਲਾਇਆ। ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਸੱਚ ਸਰੂਪ ਪਰਮਾਤਮਾ ਜੀ ਦੇ ਮੇਲ ਦੇ ਨਾਲ ਤਿਨਾਂ ਨੂੰ ਮਿਲਾ ਦਿੱਤਾ ਹੈ। ਵਾਹਿਗੁਰੂ ਜੀ ਦੇ ਅੰਦਰ ਤਿਨਾਂ ਨੂੰ ਤਦਾਕਾਰ ਕਰ ਦਿੱਤਾ ਹੈ। ਸਭ ਕਿਛ ਆਪੇ ਆਪ ਹੈ। ਤਿਨਾਂ ਨੇ ਜਾਣਿਆ ਹੈ ਸਭ ਕਿਛ, ਜਿਤਨੇ ਵੀ ਸਰੂਪ ਆਕਾਰ ਨਜ਼ਰ ਆਉਂਦੇ ਨੇ ਨਾ, ਇਸਤਰੀਆਂ ਦੇ, ਪੁਰਸ਼ਾਂ ਦੇ, ਪਸ਼ੂਆਂ ਦੇ, ਪੰਛੀਆਂ ਦੇ, ਜੜ ਦੇ, ਚੇਤਨ ਦੇ, ਜਿਤਨੇ ਵੀ ਆਕਾਰ ਨੇ, ਸਭ ਕਿਛ
ਇਹਨਾਂ ਸਾਰੇ ਆਕਾਰਾਂ ਨੂੰ ਸਭ ਕਿਛ ਨੂੰ ਬਣਾਉਣ ਵਾਲੇ ਪ੍ਰਮਾਤਮਾ ਜੀ ਆਪ ਨੇ। ਆਪ ਹੈ ਤੇ ਸਾਰਿਆਂ ਆਕਾਰਾਂ ਦੇ ਵਿੱਚ ਜੋਤ ਰੂਪ ਹੋ ਕਰਕੇ ਪ੍ਰਮਾਤਮਾ ਜੀ ਆਪ ਹੀ ਵਸ ਰਹੇ ਹਨ। ਆਪੇ ਦੇ ਵਡਿਆਈ ਤੇ ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਲਿਆਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸਰੂਪ ਰੂਪ ਦੀ ਅਭੇਦਤਾ ਦੀ ਵਡਿਆਈ ਵੀ ਆਪ ਦਿੰਦੇ ਨੇ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈ ਆਪ ਕਿਰਪਾਲਤਾ ਕਰਕੇ ਬਖਸ਼ਿਸ਼ ਕਰਦੇ ਹਨ। ਵਾਹੁ ਵਾਹੁ ਸੱਚੇ ਪਾਤਸ਼ਾਹ। ਇਹ ਸੱਚੇ ਪਾਤਸ਼ਾਹ ਜੀਓ, ਵਾਹੋ ਵਾਹੋ, ਧੰਨ ਹੋ ਆਪ ਜੀ, ਧੰਨ ਹੋ ਆਪ ਜੀ। ਵਾਹੋ ਨਾਮ ਅਚਰਜ ਦਾ ਹੈ, ਆਪ ਜੀ ਅਚਰਜ ਸਰੂਪ ਹੋ। ਵਾਹੋ ਨਾਮ ਵਿਸਵਾਦ ਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਵਿਸਮਾਦ ਸਰੂਪ ਹੋ। ਸੱਚੀ ਨਾਈ ਆਪ ਜੀ ਦੀ ਵਡਿਆਈ ਵੀ ਸਦਾ ਸਦਾ ਸੱਚੀ ਹੈ। ਸਤਯੁਗ ਤ੍ਰੇਤੇ ਦੁਆਪਰ ਦੇ ਯੁੱਗ ਦੇ ਵਿੱਚ ਵੀ ਆਪ ਜੀ ਦੀ ਵਡਿਆਈ ਸੱਚੀ ਸੀ। ਕਲਯੁਗ ਦੇ ਸਮੇਂ ਵਿੱਚ ਵੀ ਆਪ ਜੀ ਦੀ ਵਡਿਆਈ ਸੱਚੀ ਹੈ। ਆਉਣ ਵਾਲੇ ਯੁੱਗਾਂ ਦੇ ਅੰਦਰ ਵੀ ਆਪ ਜੀ ਦੀ ਵਡਿਆਈ ਸਦਾ ਸਦਾ ਸੱਚੀ ਰਹੇਗੀ। ਆਪ ਜੀ ਸੱਚੇ ਹੋ, ਆਪ ਜੀ ਦੀ ਵਡਿਆਈ ਸਦਾ ਸਦਾ ਸੱਚੀ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਪੌੜੀ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਤੇ ਇਸ ਦੀ ਮਹਿਮਾ ਨੂੰ ਪ੍ਰਗਟ ਕਰਕੇ ਸਰਾਵਣਾ ਕੀਤਾ ਹੈ। ਗੁਰੂ ਉਪਦੇਸ਼ ਦੇ ਨਾਲ ਪਾਵਨ ਗੁਰੂ ਉਪਦੇਸ਼ ਦੀ ਸ੍ਰੀ ਮੁਖਵਾਕ ਦੀ ਤੇ ਲੜੀਵਾਰ ਕਥਾ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਗਰੀਬ ਨਿਵਾਜ ਗੁਰ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਗੁਰ ਚਰਨਾਂ ਵਿਖੇ ਅਰਜ਼ੋਈ ਕਰੀਏ ਗਰੀਬ ਨਿਵਾਜ ਕਿਰਪਾਲਤਾ ਕਰੋ। ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਕਥਨ ਕਰਵਾਇਆ ਤੇ ਸਰਵਣ ਕਰਵਾਇਆ ਹੈ, ਸਾਡਿਆਂ ਹਿਰਦਿਆਂ ਦੇ ਅੰਦਰ ਵਸਾ ਦੇਵੋ। ਮਹਾਰਾਜ ਕਿਰਪਾਲਤਾ ਕਰਕੇ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਪਾਵਨ ਉਪਦੇਸ਼ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਸਭ ਕਿਛ ਆਪੇ ਆਪ ਹੈ, ਆਪੇ ਦੇ ਵਡਿਆਈ। ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।